ਹਾਂਜੀ ਪਿਆਰੇ ਵਿਦਿਆਰਥੀਓ, ਜਿਹੜਾ ਨੈਕਸਟ ਟੌਪਿਕ ਮੈਂ ਕਰ ਰਿਹਾ ਉਹਦਾ ਨਾਮ ਹੈ ਜੀ ਕਲਿਆਣਕਾਰੀ ਰਾਜ। ਇਹਨੂੰ ਅਸੀਂ ਕਹਿੰਦੇ ਹਾਂ ਵੈਲਫੇਅਰ ਸਟੇਟ। ਦੇਖੋ, ਸਭ ਤੋਂ ਪਹਿਲਾਂ ਤੁਹਾਨੂੰ ਇਹ ਪਤਾ ਹੋਣਾ ਚਾਹੀਦਾ ਕਿ ਕਲਿਆਣਕਾਰੀ ਰਾਜ ਕਿਹਨੂੰ ਕਹਿੰਦੇ ਆ। ਔਰ ਕਲਿਆਣਕਾਰੀ ਰਾਜ ਇਹ ਆਪਣੇ ਆਪ ਵਿੱਚ ਹੀ ਬਹੁਤ ਕਲੀਅਰ ਹੋ ਰਿਹਾ ਕਿ ਉਹ ਰਾਜ, ਉਹ ਦੇਸ਼ ਜੋ ਲੋਕਾਂ ਦੇ ਕਲਿਆਣ ਲਈ ਜ਼ਿਆਦਾ ਤੋਂ ਜ਼ਿਆਦਾ ਕੰਮ ਕਰਦਾ ਹੈ, ਉਸ ਨੂੰ ਅਸੀਂ ਕਲਿਆਣਕਾਰੀ ਰਾਜ ਕਹਿੰਦੇ ਹਾਂ। ਆਧੁਨਿਕ ਸਮੇਂ ਦੇ ਜਿਹੜੇ ਜ਼ਿਆਦਾਤਰ ਰਾਜ ਹੈਗੇ ਆ, ਉਹ ਕਲਿਆਣਕਾਰੀ ਰਾਜ ਹੀ ਹੈਗੇ ਆ, ਕਿਉਂਕਿ ਇਹ ਲੋਕਾਂ ਦੇ ਕਲਿਆਣ ਲਈ ਬਹੁਤ ਸਾਰੇ ਕੰਮ ਕਰਦੇ ਹਨ। ਇਹ ਜਿਹੜਾ ਕਲਿਆਣਕਾਰੀ ਰਾਜ ਦਾ ਕਨਸੈਪਟ ਹੈ, ਇਹ ਪ੍ਰਾਚੀਨ ਸਮੇਂ ਤੋਂ ਹੀ ਚੱਲਦਾ ਆ ਰਿਹਾ। ਯੂਨਾਨ ਦੇ ਪ੍ਰਸਿੱਧ ਵਿਦਵਾਨ ਪਲੇਟੋ ਅਤੇ ਅਰਸਤੂ ਦੇ ਸਮੇਂ ਵਿੱਚ ਵੀ ਕਲਿਆਣਕਾਰੀ ਰਾਜ ਦੀਆਂ ਗੱਲਾਂ ਹੁੰਦੀਆਂ ਸਨ ਕਿ ਰਾਜ ਨੂੰ ਕੀ ਕੀ ਕਰਨਾ ਚਾਹੀਦਾ ਹੈ, ਜਿਸ ਨਾਲ ਦੇਸ਼ ਦੇ ਨਾਗਰਿਕਾਂ ਦਾ ਜ਼ਿਆਦਾ ਤੋਂ ਜ਼ਿਆਦਾ ਭਲਾ ਹੋ ਸਕੇ। ਅੱਜ ਦੇ ਸਮੇਂ ਵਿੱਚ ਵੀ ਕਲਿਆਣਕਾਰੀ ਰਾਜ ਦਾ ਕਨਸੈਪਟ ਜਿਹੜਾ ਹੈ, ਇਹ ਬਹੁਤ ਹੀ ਮਹੱਤਵਪੂਰਨ ਹੋ ਚੁੱਕਾ ਹੈ, ਕਿਉਂਕਿ ਆਧੁਨਿਕ ਰਾਜਾਂ ਵਿੱਚ, ਆਧੁਨਿਕ ਰਾਜ ਜਿਹੜੇ ਹਨ, ਇਹਨਾਂ ਵਿੱਚ ਸਰਕਾਰਾਂ ਨੂੰ ਬਹੁਤ ਕੰਮ ਕਰਨੇ ਪੈਂਦੇ ਹਨ। ਔਰ ਕਲਿਆਣਕਾਰੀ ਰਾਜ ਜਿਹੜਾ ਹੈ, ਇਸ ਦੇ ਸੰਬੰਧ ਵਿੱਚ ਕਈ ਤਰ੍ਹਾਂ ਦੇ ਸਿਧਾਂਤ ਲਿਖੇ ਗਏ ਹਨ, ਜਿਵੇਂ ਗਾਂਧੀਵਾਦੀ ਸਿਧਾਂਤ, ਉਦਾਰਵਾਦੀ ਸਿਧਾਂਤ, ਮਾਰਕਸਵਾਦੀ ਸਿਧਾਂਤ, ਸਮਾਜਿਕ ਸਮਝੌਤੇ ਸਿਧਾਂਤ ਆਦਿ। ਰਾਜ ਨੂੰ ਵਿਅਕਤੀ ਦੇ ਵਿਕਾਸ ਦਾ ਇੱਕ ਸਾਧਨ ਮੰਨਿਆ ਗਿਆ ਹੈ। ਰਾਜ ਵਿਅਕਤੀ ਨੂੰ ਹਰ ਪੱਖ ਤੋਂ ਖੁਸ਼ਹਾਲ ਬਣਾਉਣ ਲਈ ਯਤਨ ਕਰਦਾ ਹੈ। ਆਧੁਨਿਕ ਸਮੇਂ ਦਾ ਰਾਜ ਪੂਰੀ ਤਰ੍ਹਾਂ ਇੱਕ ਕਲਿਆਣਕਾਰੀ ਰਾਜ ਹੈ, ਜੋ ਕਿ ਨਾਗਰਿਕਾਂ ਨੂੰ ਮੌਲਿਕ ਅਧਿਕਾਰ ਅਤੇ ਹਰ ਪ੍ਰਕਾਰ ਦਾ ਨਿਆਂ ਪ੍ਰਦਾਨ ਕਰਦਾ ਹੈ, ਤੇ ਇਹ ਕੋਸ਼ਿਸ਼ ਕਰਦਾ ਹੈ ਕਿ ਲੋਕਾਂ ਨੂੰ ਜ਼ਿਆਦਾ ਤੋਂ ਜ਼ਿਆਦਾ ਜਿਹੜੇ ਹੈ, ਉਹਨਾਂ ਨੂੰ ਕਲਿਆਣਕਾਰੀ ਫਾਇਦੇ ਜਾਂ ਐਡਵਾਂਟੇਜ ਦਿੱਤੇ ਜਾ ਸਕਣ। ਅੱਗੇ ਹੈ ਜੀ ਕਲਿਆਣਕਾਰੀ ਰਾਜ ਦੀ ਪਰਿਭਾਸ਼ਾ। ਬਹੁਤ ਸਾਰੇ ਵਿਦਵਾਨਾਂ ਨੇ ਕਲਿਆਣਕਾਰੀ ਰਾਜ ਦੀਆਂ ਪਰਿਭਾਸ਼ਾਵਾਂ ਦਿੱਤੀਆਂ ਹਨ। ਯੂਨਾਨੀ ਰਾਜ ਦੇ ਵਿੱਚ ਕਲਿਆਣਕਾਰੀ ਰਾਜ ਦੀ ਗੱਲ ਕੀਤੀ ਗਈ ਹੈ, ਅਤੇ ਮਕੈਵਲੀ ਜਿਹੜੇ ਸਨ, ਉਹਨਾਂ ਨੇ ਸਟੇਟ ਸ਼ਬਦ ਜਿਹੜਾ ਸਭ ਤੋਂ ਪਹਿਲਾਂ 1523 ਵਿੱਚ ਆਪਣੀ ਕਿਤਾਬ ਲਿਖੀ ਪ੍ਰਿੰਸ, ਉਸ ਵਿੱਚ ਇਸ ਦੀ ਵਰਤੋਂ ਕੀਤੀ। ਬਾਅਦ ਵਿੱਚ ਇਹ ਜਿਹੜਾ ਸ਼ਬਦ ਹੈ ਰਾਜ ਬਹੁਤ ਜ਼ਿਆਦਾ ਵਰਤਿਆ ਜਾਣ ਲੱਗਾ। ਔਰ ਇਹ ਜੋ ਵੀ ਰਾਜ ਹਨ, ਪੁਰਾਣੇ ਸਮੇਂ ਤੋਂ ਲੈ ਕੇ, ਅਰਸਤੂ ਦੇ ਸਮੇਂ ਤੋਂ ਲੈ ਕੇ, ਪਲੇਟੋ ਦੇ ਸਮੇਂ ਤੋਂ ਲੈ ਕੇ, ਇਹ ਸਾਰੇ ਰਾਜ ਕਿਸੇ ਨਾ ਕਿਸੇ ਤਰ੍ਹਾਂ ਲੋਕਾਂ ਦੇ ਕਲਿਆਣ ਲਈ ਕੰਮ ਕਰਦੇ ਰਹੇ ਹਨ। ਅਤੇ ਇਹ ਜਿਹੜਾ ਕਨਸੈਪਟ ਹੈ ਹੁਣ ਮਾਡਰਨ ਸਮੇਂ ਤੱਕ ਪਹੁੰਚ ਗਿਆ ਹੈ ਕਲਿਆਣਕਾਰੀ ਰਾਜ ਦਾ। ਦੁਨੀਆ ਦੇ ਬਹੁਤ ਸਾਰੇ ਦੇਸ਼, ਜਿਸ ਵਿੱਚ ਯੂਰਪ, ਏਸ਼ੀਆ, ਅਫਰੀਕਾ, ਲੈਟਿਨ ਅਮਰੀਕਾ, ਇਹ ਸਾਰੇ ਦੇਸ਼ ਜਿਹੜੇ ਹਨ, ਜਾਂ ਹੋਰ ਵੀ ਮਹਾਂਦੀਪਾਂ ਦੇ ਦੇਸ਼ ਹਨ, ਇਹ ਕਿਸੇ ਨਾ ਕਿਸੇ ਰੂਪ ਵਿੱਚ ਕਲਿਆਣਕਾਰੀ ਕੰਮ ਕਰਦੇ ਹਨ। ਇਹਨਾਂ ਦੀ ਪਰਿਭਾਸ਼ਾਵਾਂ ਦਿੰਦੇ ਹੋਏ GDH ਕੌਲ ਦਾ ਕਹਿਣਾ ਹੈ ਕਿ ਕਲਿਆਣਕਾਰੀ ਰਾਜ ਇੱਕ ਅਜਿਹਾ ਸਮਾਜ ਹੈ ਜਿੱਥੇ ਜੀਵਨ ਦਾ ਘੱਟੋ ਘੱਟ ਨਿਸ਼ਚਿਤ ਪੱਧਰ ਅਤੇ ਮੌਕੇ ਹਰੇਕ ਨਾਗਰਿਕ ਦਾ ਅਧਿਕਾਰ ਬਣ ਜਾਂਦਾ ਹੈ। ਇਸੇ ਤਰ੍ਹਾਂ ਕੈਂਟ ਦਾ ਕਹਿਣਾ ਹੈ ਕਿ ਕਲਿਆਣਕਾਰੀ ਰਾਜ ਉਹ ਰਾਜ ਹੈ ਜਿਹੜਾ ਆਪਣੇ ਨਾਗਰਿਕਾਂ ਲਈ ਵਿਸ਼ਾਲ ਪੱਧਰ ਉੱਤੇ ਸਮਾਜਿਕ ਸੇਵਾਵਾਂ ਦੀ ਵਿਵਸਥਾ ਕਰਦਾ ਹੈ। ਇਹ ਤਾਂ ਸੀ ਕਲਿਆਣਕਾਰੀ ਰਾਜ ਦਾ ਅਰਥ ਅਤੇ ਪਰਿਭਾਸ਼ਾਵਾਂ। ਹੁਣ ਅਗਲਾ ਜਿਹੜਾ ਪੁਆਇੰਟ ਹੈ, ਉਹ ਹੈ ਕਲਿਆਣਕਾਰੀ ਰਾਜ ਦੇ ਕੰਮ ਕੀ ਹੁੰਦੇ ਹਨ। ਵਾਟ ਆਰ ਦੀ ਫੰਕਸ਼ਨਸ ਆਫ ਦੀ ਵੈਲਫੇਅਰ ਸਟੇਟ। ਹਾਂਜੀ, ਕਲਿਆਣਕਾਰੀ ਰਾਜ ਜਿਹੜੇ ਆਧੁਨਿਕ ਸਮੇਂ ਵਿੱਚ ਹਨ, ਇਹਨਾਂ ਨੂੰ ਬਹੁਤ ਸਾਰੇ ਕੰਮ ਕਰਨੇ ਪੈਂਦੇ ਹਨ। ਪੁਰਾਣੇ ਸਮੇਂ ਤੋਂ ਹੀ ਜਿਹੜੇ ਰਾਜ ਸਨ, ਉਹ ਤਾਂ ਕਾਨੂੰਨ ਬਣਾਉਣ ਦਾ ਕੰਮ, ਕਾਨੂੰਨ ਲਾਗੂ ਕਰਨ ਤੇ ਲੋਕਾਂ ਦੇ ਰੱਖਿਆ ਤੱਕ ਹੀ ਸੀਮਿਤ ਸਨ। ਪਰ ਅੱਜ ਦਾ ਕਲਿਆਣਕਾਰੀ ਰਾਜ ਬਹੁਤ ਸਾਰੇ ਕੰਮ ਕਰਦਾ ਹੈ, ਜੋ ਕਿ ਇਸ ਤਰ੍ਹਾਂ ਹਨ। ਆਧੁਨਿਕ ਕਲਿਆਣਕਾਰੀ ਜਿਹੜੇ ਕੰਮ ਕਿਹੜੇ ਹਨ, ਉਹਨਾਂ ਵਿੱਚ ਜਿਹੜਾ ਹੈ ਨਾਗਰਿਕਾਂ ਨੂੰ ਦੀਆਂ ਮੌਲਿਕ ਜ਼ਰੂਰਤਾਂ ਨੂੰ ਪੂਰਾ ਕਰਨਾ, ਰੋਜ਼ਗਾਰ ਦੇ ਮੌਕੇ ਪੈਦਾ ਕਰਨਾ, ਉਹਨਾਂ ਲਈ ਵੱਧ ਤੋਂ ਵੱਧ ਸਹੂਲਤਾਂ ਦਾ ਪ੍ਰਬੰਧ ਕਰਨਾ, ਗਰੀਬਾਂ ਦੇ ਲਈ ਯੋਜਨਾਵਾਂ ਬਣਾਉਣਾ, ਜਿਹੜੇ ਵਿਅਕਤੀ ਗਰੀਬੀ ਰੇਖਾ ਤੋਂ ਥੱਲੇ ਰਹਿ ਗਏ ਹਨ, ਉਹਨਾਂ ਦੇ ਲਈ ਉਹਨਾਂ ਨੂੰ ਉੱਚਾ ਚੱਕਣ ਲਈ ਪ੍ਰਬੰਧ ਕਰਨੇ, ਇਹ ਸਾਰੇ ਆਧੁਨਿਕ ਕਲਿਆਣਕਾਰੀ ਰਾਜਾਂ ਦੇ ਕੰਮ ਹਨ। ਅਗਲਾ ਪੁਆਇੰਟ ਹੈ ਜੀ ਰਾਜਨੀਤਿਕ ਕਲਿਆਣ। ਇਹ ਕਲਿਆਣਕਾਰੀ ਕੰਮ ਰਾਜਨੀਤੀ ਨਾਲ ਸੰਬੰਧਿਤ ਹੁੰਦੇ ਹਨ। ਇਸ ਵਿੱਚ ਨਾਗਰਿਕਾਂ ਨੂੰ ਵੱਧ ਤੋਂ ਵੱਧ ਅਧਿਕਾਰ ਪ੍ਰਦਾਨ ਕਰਨਾ, ਸੁਤੰਤਰਤਾਵਾਂ ਪ੍ਰਦਾਨ ਕਰਨਾ, ਸਮਾਨਤਾਵਾਂ ਪ੍ਰਦਾਨ ਕਰਨਾ, ਲੋਕਾਂ ਦੇ ਨਿਆਂ ਨੂੰ ਸੁਰੱਖਿਅਤ ਬਣਾਉਣਾ, ਲੋਕਤੰਤਰ ਵਿੱਚ ਨਾਗਰਿਕਾਂ ਨੂੰ ਵੋਟ ਦੇਣ ਦਾ ਅਧਿਕਾਰ ਦੇਣਾ, ਚੋਣਾਂ ਲੜਨ ਦਾ ਅਧਿਕਾਰ ਦੇਣਾ, ਸਰਕਾਰ ਦੀ ਆਲੋਚਨਾ ਕਰਨ ਦਾ ਅਧਿਕਾਰ ਦੇਣਾ, ਸੁਰੱਖਿਅਤ ਰਹਿਣ ਦਾ ਅਧਿਕਾਰ ਦੇਣਾ। ਇਹ ਸਾਰੇ ਅਧਿਕਾਰ ਜਿਹੜੇ ਹਨ, ਇਹ ਰਾਜਨੀਤਿਕ ਕਲਿਆਣਕਾਰੀ ਕੰਮਾਂ ਵਿੱਚ ਸ਼ਾਮਲ ਹੁੰਦੇ ਹਨ।
ਨੈਕਸਟ ਪੁਆਇੰਟ ਹੈ ਜੀ ਸਮਾਜਿਕ ਕਲਿਆਣ। ਸਮਾਜਿਕ ਕਲਿਆਣ ਹਰ ਪ੍ਰਕਾਰ ਦੀ ਭਲਾਈ ਦਾ ਪ੍ਰਬੰਧ ਕਰਦਾ ਹੈ, ਕਿਉਂਕਿ ਵਿਅਕਤੀ ਸਮਾਜ ਵਿੱਚ ਹੀ ਰਹਿੰਦਾ ਹੈ। ਨਾਗਰਿਕਾਂ ਦੇ ਸੁਭਾਅ ਨੂੰ ਚੰਗਾ ਬਣਾਉਣਾ, ਗਰੀਬੀ ਦੂਰ ਕਰਨਾ, ਅਨਪੜ੍ਹਤਾ ਦੂਰ ਕਰਨਾ, ਸਮਾਜ ਵਿੱਚ ਸ਼ੋਸ਼ਣ ਨੂੰ ਖਤਮ ਕਰਨਾ, ਬਾਲ ਮਜ਼ਦੂਰੀ ਨੂੰ ਖਤਮ ਕਰਨਾ, ਸਮਾਜ ਵਿੱਚ ਪਾਏ ਜਾ ਰਹੇ ਭ੍ਰਿਸ਼ਟਾਚਾਰ ਨੂੰ ਖਤਮ ਕਰਨਾ ਤੇ ਦੇਸ਼ ਦੇ ਨਾਗਰਿਕਾਂ ਲਈ ਵੱਧ ਤੋਂ ਵੱਧ ਸਮਾਜਿਕ ਕਲਿਆਣ ਦੇ ਮੌਕੇ ਪ੍ਰਦਾਨ ਕਰਨਾ, ਇਹ ਸਾਰੇ ਜਿਹੜੇ ਸਮਾਜਿਕ ਕਲਿਆਣ ਦੇ ਵਿੱਚ ਸ਼ਾਮਲ ਹੁੰਦੇ ਹਨ। ਸਿਹਤ ਸੰਬੰਧੀ ਕਲਿਆਣਕਾਰੀ ਰਾਜ ਦਾ ਮੁੱਖ ਕੰਮ ਦੇਸ਼ ਦੇ ਨਾਗਰਿਕਾਂ ਨੂੰ ਵਧੀਆ ਸਿਹਤ ਸਹੂਲਤਾਂ ਪ੍ਰਦਾਨ ਕਰਨਾ ਹੈ। ਇਸ ਵਿੱਚ ਆਮ ਲੋਕਾਂ ਲਈ ਡਿਸਪੈਂਸਰੀਆਂ ਖੋਲ੍ਹਣੀਆਂ, ਡਾਕਟਰਾਂ ਦੀਆਂ ਨਿਯੁਕਤੀਆਂ ਕਰਨੀਆਂ, ਲੋਕਾਂ ਨੂੰ ਸਿਹਤ ਸੰਬੰਧੀ ਗਿਆਨ ਪ੍ਰਦਾਨ ਕਰਨਾ, ਲੋਕਾਂ ਨੂੰ ਮੁਫਤ ਦਵਾਈਆਂ ਪ੍ਰਦਾਨ ਕਰਨੀਆਂ ਤਾਂ ਕਿ ਉਹ ਆਪਣੀ ਸਿਹਤ ਸੰਭਾਲ ਕਰ ਸਕਣ। ਇਹ ਸਾਰੇ ਜਿਹੜੇ ਇਸ ਤਰ੍ਹਾਂ ਦੇ ਕਲਿਆਣਕਾਰੀ ਕੰਮ ਹੁੰਦੇ ਹਨ, ਇਹ ਸਿਹਤ ਸੰਬੰਧੀ ਕਲਿਆਣਕਾਰੀ ਕੰਮਾਂ ਵਿੱਚ ਸ਼ਾਮਲ ਹੁੰਦੇ ਹਨ। ਨੈਕਸਟ ਪੁਆਇੰਟ ਹੈ ਜੀ ਸੱਭਿਆਚਾਰਕ ਕਲਿਆਣ। ਕਲਿਆਣਕਾਰੀ ਰਾਜ ਆਪਣੇ ਨਾਗਰਿਕਾਂ ਦਾ ਸੱਭਿਆਚਾਰਕ ਕਲਿਆਣ ਕਰਨਾ ਚਾਹੁੰਦਾ ਹੈ। ਇਸ ਵਿੱਚ ਨਾਗਰਿਕਾਂ ਨੂੰ ਆਪਣੇ ਧਰਮ, ਜਾਤ, ਖੇਤਰ, ਭਾਸ਼ਾ ਦੇ ਅਤੇ ਰੀਤੀ ਰਿਵਾਜਾਂ ਨੂੰ ਸੁਰੱਖਿਅਤ ਬਣਾਉਣ ਲਈ ਰਾਜ ਪ੍ਰਬੰਧ ਕਰਦਾ ਹੈ ਤੇ ਇਸ ਤਰ੍ਹਾਂ ਦੇ ਕਾਨੂੰਨ ਬਣਾਉਂਦਾ ਹੈ ਜਿਸ ਨਾਲ ਸੱਭਿਆਚਾਰਕ ਮਾਮਲਿਆਂ ਨੂੰ ਕਿਸੇ ਤਰ੍ਹਾਂ ਦੀ ਸੱਟ ਨਾ ਪਹੁੰਚੇ। ਜਿੱਥੋਂ ਤੱਕ ਕਿ ਸੱਭਿਆਚਾਰ ਨੂੰ ਵਿਕਸਿਤ ਕਰਨ ਲਈ ਵੀ ਸਰਕਾਰ ਕਈ ਵਾਰੀ ਬਹੁਤ ਪ੍ਰਬੰਧ ਕਰਦੀ ਹੈ। ਕਈ ਵਾਰੀ ਸੱਭਿਆਚਾਰਕ ਮੇਲੇ ਵੀ ਲਗਾਏ ਜਾਂਦੇ ਹਨ ਤਾਂ ਕਿ ਲੋਕ ਆਪਣੇ ਸੱਭਿਆਚਾਰ ਦੀ ਸਾਂਝ ਨੂੰ ਦੂਜੇ ਲੋਕਾਂ ਨਾਲ ਸਾਂਝਾ ਕਰ ਸਕਣ। ਨੈਕਸਟ ਹੈ ਜੀ ਅੰਤਰਰਾਸ਼ਟਰੀ ਕਲਿਆਣ। ਅੰਤਰਰਾਸ਼ਟਰੀ ਕਲਿਆਣਕਾਰੀ ਰਾਜ ਆਪਣੇ ਨਾਗਰਿਕਾਂ ਨੂੰ ਦੂਜੇ ਦੇਸ਼ਾਂ ਦੇ ਨਾਗਰਿਕਾਂ ਦਾ ਵੀ ਕਲਿਆਣ ਕਰਨਾ ਚਾਹੁੰਦਾ ਹੈ, ਕਿਉਂਕਿ ਗੁਆਂਢੀ ਦੇਸ਼ਾਂ ਦੀ ਜੇਕਰ ਤਰੱਕੀ ਕਰਦੇ ਹਨ ਉਸ ਨਾਲ ਆਪਣੀ ਤਰੱਕੀ ਵੀ ਹੁੰਦੀ ਹੈ। ਉਦਾਹਰਨ ਦੇ ਤੌਰ ਤੇ ਕਈ ਪੱਛਮੀ ਦੇਸ਼ਾਂ ਕੋਲ ਅਧਿਕਾਰ ਅਤੇ ਸੁਤੰਤਰਤਾਵਾਂ ਪ੍ਰਾਪਤ ਹਨ, ਪਰ ਅੱਜ ਅਫਰੀਕਾ ਤੇ ਏਸ਼ੀਆ ਦੇ ਨਾਗਰਿਕਾਂ ਨੂੰ ਉਹ ਅਧਿਕਾਰ ਅਤੇ ਸੁਤੰਤਰਤਾਵਾਂ ਪ੍ਰਾਪਤ ਨਹੀਂ ਹਨ। ਇਸ ਤਰ੍ਹਾਂ ਅੰਤਰਰਾਸ਼ਟਰੀ ਪੱਧਰ ਤੇ ਸਾਰੇ ਦੇਸ਼ ਇਹ ਕੋਸ਼ਿਸ਼ ਕਰਦੇ ਹਨ ਕਿ ਦੁਨੀਆ ਦੇ ਹਰ ਇੱਕ ਦੇਸ਼ ਵਿੱਚ ਜਿਹੜੇ ਹੈ ਆਮ ਲੋਕਾਂ ਦਾ ਕਲਿਆਣ ਹੋ ਸਕੇ। ਇਸ ਨੂੰ ਅਸੀਂ ਜਦੋਂ ਦੁਨੀਆ ਦੇ ਸਾਰੇ ਦੇਸ਼ਾਂ ਵਿੱਚ ਕਲਿਆਣਕਾਰੀ ਕੰਮ ਹੁੰਦੇ ਹਨ, ਇਸ ਨੂੰ ਅਸੀਂ ਅੰਤਰਰਾਸ਼ਟਰੀ ਕਲਿਆਣ ਕਹਿੰਦੇ ਹਾਂ। ਅੱਗੇ ਹੈ ਜੀ ਕਲਿਆਣਕਾਰੀ ਰਾਜ ਲਈ ਕਿਹੜੀਆਂ ਸ਼ਰਤਾਂ ਜ਼ਰੂਰੀ ਹਨ। ਹਾਂਜੀ, ਬੜਾ ਸਿੰਪਲ ਹੈ ਜੀ। ਵਿਅਕਤੀ ਜਿਹੜੇ ਹਨ ਜਾਗਰੂਕ ਹੋਣੇ ਚਾਹੀਦੇ ਹਨ। ਰਾਜ ਪ੍ਰਬੰਧ ਜਿਹੜਾ ਹੈ ਇਮਾਨਦਾਰ ਹੋਣਾ ਚਾਹੀਦਾ ਹੈ। ਭ੍ਰਿਸ਼ਟਾਚਾਰ ਬਿਲਕੁਲ ਨਹੀਂ ਹੋਣਾ ਚਾਹੀਦਾ ਹੈ। ਦੇਸ਼ ਦੀ ਸੰਪਤੀ ਜਿਹੜੀ ਹੈ ਕੁਝ ਹੱਥਾਂ ਵਿੱਚ ਬਿਲਕੁਲ ਨਹੀਂ ਹੋਣੀ ਚਾਹੀਦੀ ਹੈ। ਗਰੀਬਾਂ ਦਾ ਸ਼ੋਸ਼ਣ ਨਹੀਂ ਹੋਣਾ ਚਾਹੀਦਾ ਹੈ ਤੇ ਸਰਕਾਰ ਅਤੇ ਲੋਕਾਂ ਵਿੱਚ ਆਪਸੀ ਸਹਿਯੋਗ ਦਾ ਹੋਣਾ ਬਹੁਤ ਜ਼ਰੂਰੀ ਹੈ, ਜਿਸ ਨਾਲ ਕਿ ਨਾਗਰਿਕਾਂ ਦਾ ਕਲਿਆਣ ਹੋਵੇਗਾ। ਔਰ ਇਹ ਵੀ ਜ਼ਰੂਰੀ ਹੈ ਕਿ ਸਮੇਂ-ਸਮੇਂ ਤੇ ਜਿਹੜੀ ਸਰਕਾਰ ਹੈ ਲੋਕਾਂ ਦੇ ਕਲਿਆਣ ਲਈ ਕੰਮ ਕਰੇ ਤੇ ਫਜ਼ੂਲ ਖਰਚ ਜਿਹੜੇ ਹਨ ਉਹਨਾਂ ਨੂੰ ਘਟਾਇਆ ਜਾਵੇ। ਜਦੋਂ ਅਸੀਂ ਇਹ ਸਾਰੇ ਸ਼ਰਤਾਂ ਨੂੰ ਪੂਰੀਆਂ ਕਰਦੇ ਹਾਂ ਤਾਂ ਇੱਕ ਕਲਿਆਣਕਾਰੀ ਰਾਜ ਦੀ ਸਥਾਪਨਾ ਹੁੰਦੀ ਹੈ। ਸਿੱਟਾ ਆਖਿਰ ਵਿੱਚ ਇਹ ਨਿਕਲਦਾ ਹੈ ਕਲਿਆਣਕਾਰੀ ਰਾਜ ਦਾ ਵਿਸ਼ਾ ਬਹੁਤ ਹੀ ਵਿਸਤਾਰਪੂਰਵਕ ਅਤੇ ਸੁਤੰਤਰ ਬਣ ਗਿਆ ਹੈ, ਕਿਉਂਕਿ ਇਸ ਵਿਸ਼ੇ ਦੇ ਸੰਬੰਧ ਵਿੱਚ ਬਹੁਤ ਸਾਰੇ ਵਿਦਵਾਨਾਂ ਨੇ ਆਪਣੇ ਵਿਚਾਰ ਦਿੱਤੇ ਹਨ। ਇਸ ਦਾ ਸਿੱਧਾ ਸੰਬੰਧ ਵਿਅਕਤੀ ਦੇ ਅਧਿਕਾਰਾਂ ਅਤੇ ਸੁਤੰਤਰਤਾਵਾਂ ਨਾਲ ਹੁੰਦਾ ਹੈ। ਇਸ ਨਾਲ ਇਹ ਸਪਸ਼ਟ ਹੁੰਦਾ ਹੈ ਕਿ ਅੱਜ ਦਾ ਰਾਜ ਬਹੁਤ ਸਾਰੇ ਕੰਮਾਂ ਨੂੰ ਪੂਰਾ ਕਰਦਾ ਹੈ। ਇਸ ਦੇ ਨਾਲ ਕਾਰਜਪਾਲਿਕਾ, ਵਿਧਾਨਪਾਲਿਕਾ, ਨਿਆਂਪਾਲਿਕਾ ਦੇ ਕੰਮਾਂ ਦਾ ਵੀ ਵਿਸਤਾਰ ਹੋ ਰਿਹਾ ਹੈ। ਥੈਂਕ ਯੂ।